ਤੁਸੀਂ ਸੁਣ ਰਹੇ ਹੋ ਨਾਨਕ ਸਿੰਘ ਦਾ ਨੋਵਲ ਮੰਝਧਾਰ। ਡਾਕਟਰ ਆਨੰਦ ਉੱਤੇ ਪੁੰਨਿਆ ਦੀ ਗੱਲ ਦਾ ਕੋਈ ਅਸਰ ਨਹੀਂ ਸੀ ਜਾਪਦਾ, ਨਾ ਹੀ ਪੁੰਨਿਆ ਦੀ ਬਾਕੀ ਕਹਾਣੀ ਸੁਣਨ ਨਾਲ ਉਸਦੀ ਕੋਈ ਦਿਲਚਸਪੀ ਮਾਲੂਮ ਹੁੰਦੀ ਸੀ। ਉਹ ਉਸੇ ਘ੍ਰਿਣਾ ਸੂਚਕ ਰੌ ਵਿੱਚ ਕਹਿਣ ਲੱਗਾ, ਕਰੀਬਨ ਮੈਂ ਤੁਹਾਡੀ ਬਾਕੀ ਕਹਾਣੀ ਸਮਝ ਲਈ ਹੈ। ਤੁਹਾਡਾ ਯੂਸਫ ਜਿਹੜਾ ਮਰਜੇ ਇਸ਼ਕ ਵਿੱਚ ਸੁੱਕ ਕੇ ਤੀਲਾ ਹੋ ਗਿਆ ਸੀ, ਗਾਲਬਨ ਉਸ ਰਾਤ ਤੋਂ ਬਾਅਦ ਆਪਣੀ ਕਾਮਯਾਬੀ ਦੀ ਖੁਸ਼ੀ ਨਾਲ ਫੁੱਲ ਕੇ ਕੁੱਪਾ ਹੋਣਾ ਸ਼ੁਰੂ ਹੋ ਗਿਆ ਹੋਵੇਗਾ। ਪਰ ਖੈਰ, ਸੁਣਾ ਦਿਓ ਬਾਕੀ ਕਹਾਣੀ ਵੀ। ਪੁੰਨਿਆ ਨੇ ਬਿਨਾਂ ਇਸ ਗੱਲ ਦੀ ਪਰਵਾਹ ਕੀਤਿਆਂ ਕਿ ਉਸਦੇ ਬਿਆਨ ਦਾ ਪ੍ਰਤੀਕਰਮ ਰੂਪ ਡਾਕਟਰ ਇਸ ਵੇਲੇ ਕਿਹੜੇ ਪਾਸੇ ਹੋ ਤੁਰਿਆ ਹੈ, ਉਸਨੇ ਜਵਾਬ ਦਿੱਤਾ, ਮਨਸੂਰ ਨੇ ਫੁੱਲ ਕੇ ਕੁੱਪਾ ਕੀ ਹੋਣਾ ਸੀ, ਸਗੋਂ ਉਸਦੀ ਸਿਹਤ ਪਹਿਲਾਂ ਨਾਲੋਂ ਵੀ ਜ਼ਿਆਦਾ ਖਰਾਬ ਹੋ ਗਈ। ਉਹ ਬਦਨਸੀਬ ਖਬਰੇ ਕਿਹੜੀ ਮਿੱਟੀ ਦਾ ਘੜਿਆ ਹੋਇਆ ਸੀ ਜੋ ਕਿਸੇ ਛਾਬੇ ਵੀ ਪੂਰਾ ਨਹੀਂ ਸੀ ਉਤਰਦਾ। ਮੈਂ ਉਸਦੀ ਆਪਾ ਸਾਂ, ਆਪਣੇ ਉੱਤੇ ਮੈਂ ਉਸਦਾ ਹਰ ਤਰ੍ਹਾਂ ਦਾ ਹੱਕ ਪ੍ਰਵਾਨ ਕਰਦੀ ਸਾਂ, ਉਸਨੂੰ ਲਾਡ ਲੜਾਉਂਦੀ ਸਾਂ, ਉਸਦਾ ਸਿਰ ਗੋਦੀ ਵਿੱਚ ਰੱਖ ਕੇ ਚੁੰਮਦੀ ਸਾਂ, ਉਸਦੇ ਅਥਰੂ ਪੂੰਝਦੀ ਸਾਂ ਤੇ ਕਦੀ-ਕਦੀ ਉਸਨੂੰ ਝਿੜਕਦੀ ਵੀ ਸਾਂ। ਇਸ ਵਰਤਾਓ ਵਿੱਚੋਂ ਪਤਾ ਨਹੀਂ ਮੈਨੂੰ ਕਿਹੋ ਜਿਹਾ ਸਵਾਦ ਪ੍ਰਾਪਤ ਹੁੰਦਾ ਸੀ ਕਿ ਮਨਸੂਰ ਦੀ ਹਰ ਇੱਕ ਹਰਕਤ ਵਿੱਚ ਮੇਰੀਆਂ ਖੁਸ਼ੀਆਂ ਦੇ ਜਿਵੇਂ ਖਜ਼ਾਨੇ ਭਰੇ ਪਏ ਹੁੰਦੇ ਸਨ। ਅਕਸਰ ਇਹੋ ਜਿਹੇ ਵੇਲੇ ਮੈਂ ਮਹਿਸੂਸ ਕਰਦੀ ਸਾਂ ਜਿਵੇਂ ਮੈਂ ਤੇ ਮਨਸੂਰ ਇੱਕੋ ਚੀਜ਼ ਹਾਂ, ਦੋ ਨਹੀਂ। ਪਰ ਬਦਨਸੀਬ ਮਨਸੂਰ ਸ਼ੇਕੜ ਆਪ ਵੀ ਡੁੱਬ ਗਿਆ ਤੇ ਮੇਰਾ ਰੂਹਾਨੀ ਸਵਾਦ ਵੀ ਖਤਮ ਕਰ ਗਿਆ। ਇੱਥੇ ਆ ਕੇ ਪੁੰਨਿਆ ਥੋੜਾ ਜਿਹਾ ਰੁਕੀ। ਸ਼ਾਇਦ ਉਸਦੇ ਗਲੇ ਵਿੱਚੋਂ ਆਵਾਜ਼ ਸੌਖੀ ਨਹੀਂ ਸੀ ਨਿਕਲ ਰਹੀ। ਉਸਨੂੰ ਸ਼ਾਇਦ ਚੇਤਾ ਨਹੀਂ ਸੀ ਕਿ ਉਸਦੇ ਸਾਹਮਣੇ ਬੈਠਾ ਹੋਇਆ ਸਰੋਤਾ ਕਿਹੜੇ ਰੂਪ ਵਿੱਚ ਉਸਦੇ ਬਿਆਨ ਨੂੰ ਗ੍ਰਹਿਣ ਕਰ ਰਿਹਾ ਹੈ। ਉਹ ਆਪਣੇ ਰੌ ਵਿੱਚ ਇਸ ਤਰ੍ਹਾਂ ਵਹਿੰਦੀ ਚਲੀ ਜਾ ਰਹੀ ਸੀ ਜਿਵੇਂ ਕਿਸੇ ਹੋਰ ਨਾਲ ਨਹੀਂ, ਆਪਣੇ ਨਾਲ ਹੀ ਗੱਲਾਂ ਕਰ ਰਹੀ ਹੋਵੇ। ਇੱਕ ਅੱਧ ਖੰਘੂਰਾ ਭਰਨ ਤੋਂ ਬਾਅਦ ਪੁੰਨਿਆ ਨੇ ਫਿਰ ਕਹਿਣਾ ਸ਼ੁਰੂ ਕੀਤਾ, ਸਮਝ ਲਓ ਕਿ ਮੇਰੀ ਰੂਹਾਨੀ ਸਵਾਦਾਂ ਦੀ ਉਹ ਆਖਰੀ ਰਾਤ ਸੀ। ਇੱਕੋ ਰਾਤ ਵਿੱਚ ਜਿਵੇਂ ਮਨਸੂਰ ਮੇਰੇ ਲਈ ਬਦਲ ਕੇ ਕੁਝ ਦਾ ਕੁਝ ਬਣ ਗਿਆ। ਸਵੇਰੇ ਉੱਠ ਕੇ ਜਦ ਮੈਂ ਮਨਸੂਰ ਵੱਲ ਵੇਖਿਆ ਤਾਂ ਮੈਨੂੰ ਲੱਗਾ ਜਿਵੇਂ ਮਨਸੂਰ ਮਰ ਚੁੱਕਾ ਹੈ ਤੇ ਮੇਰੇ ਸਾਹਮਣੇ ਉਸਦੀ ਲਾਸ਼ ਮੌਜੂਦ ਹੈ। ਭਾਵੇਂ ਮੈਂ ਨਹੀਂ ਸਾਂ ਚਾਹੁੰਦੀ ਕਿ ਮਨਸੂਰ ਦੇ ਦਿਲ ਨੂੰ ਠੇਸ ਲਾਉਣ ਵਾਲੀ ਕੋਈ ਹਰਕਤ ਜਾਂ ਗੱਲ ਕਰਾਂ, ਪਰ ਮੇਰੇ ਕੀ ਵੱਸ ਸੀ, ਜਦ ਕਿ ਮੇਰਾ ਅੰਦਰ ਬਾਹਰ ਉਸਦੀ ਨਫ਼ਰਤ ਨਾਲ ਭਰ ਗਿਆ ਸੀ। ਉਸਦੀ ਸ਼ਕਲ, ਜਿਸ ਨੂੰ ਵੇਖ ਕੇ ਮੈਂ ਖੁਸ਼ੀ ਨਾਲ ਆਪਣੇ ਆਪ ਵਿੱਚ ਨਹੀਂ ਸਾਂ ਸਮਾਉਂਦੀ ਹੁੰਦੀ, ਵੇਖ ਕੇ ਮੈਨੂੰ ਡਰ ਆਉਣ ਲੱਗ ਪਿਆ। ਮਨਸੂਰ ਜੇ ਰਾਤ ਤੋਂ ਪਹਿਲਾਂ ਮੇਰੇ ਲਈ ਦੇਵਤਾ ਸੀ ਤਾਂ ਦਿਨ ਚੜ੍ਹਦੇ ਉਹ ਮੈਨੂੰ ਰਾਖਸ਼ ਦਿਖਾਈ ਦੇਣ ਲੱਗਾ। ਮੇਰਾ ਦਿਲ ਕਰੇ ਕਿ ਦੁਬਾਰਾ ਇਸ ਦੀ ਸ਼ਕਲ ਵੇਖਣ ਤੋਂ ਪਹਿਲਾਂ ਹੀ ਆਪਣੀ ਜ਼ਿੰਦਗੀ ਖਤਮ ਕਰ ਲਵਾਂ। ਆਪਣੇ ਦਿਲ ਦੇ ਬਦਲੇ ਹੋਏ ਰੁੱਖ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ। ਜਾਣਦੀ ਸਾਂ ਜੇ ਮਨਸੂਰ ਨੂੰ ਪਤਾ ਲੱਗ ਗਿਆ ਤਾਂ ਪਤਾ ਨਹੀਂ ਉਸਦਾ ਕੀ ਹਾਲ ਹੋਵੇ, ਪਰ ਉਹ ਇਤਨਾ ਬੇਸਮਝ ਨਹੀਂ ਸੀ ਕਿ ਭੁਲੇਖੇ ਖਾ ਜਾਂਦਾ। ਜਿੱਥੇ ਉਹ ਆਪਣੀ ਕਰਨੀ ਉੱਤੇ ਸਖਤ ਸ਼ਰਮਿੰਦਾ ਸੀ, ਉੱਥੇ ਮੇਰੇ ਮਨ ਦੀ ਹਾਲਤ ਵੀ ਉਸ ਤੋਂ ਗੁੱਝੀ ਨਹੀਂ ਸੀ। ਉਹ ਬੜਾ ਸੰਤਾਪ ਨਾਲ ਮਹਿਸੂਸ ਕਰ ਰਿਹਾ ਸੀ ਕਿ ਮੈਂ ਕੇਵਲ ਉਸਦੀ ਜ਼ਿੰਦਗੀ ਬਚਾਉਣ ਖਾਤਰ ਕੀ ਕਰ ਬੈਠੀ ਸਾਂ। ਉਹ ਮੇਰੇ ਪੈਰਾਂ ਉੱਤੇ ਡਿੱਗ ਕੇ ਗਿੜਗਿੜਾਉਣ ਲੱਗ ਪਿਆ ਤੇ ਅਥਰੂ ਵਹਾਉਣ ਲੱਗਾ। ਮੈਂ ਆਪਣੇ ਵੱਲੋਂ ਬਥੇਰਾ ਉਸਨੂੰ ਧੀਰਜ ਦੇਣ ਦੀ ਵਾਹ ਲਾਈ, ਪਰ ਮਨਸੂਰ ਇਸ ਨਾਲ ਪਤੀਜ ਨਾ ਸਕਿਆ। ਉਸ ਤੋਂ ਬਾਅਦ ਲਗਾਤਾਰ ਕਈ ਦਿਨ ਇਹੋ ਹਾਲਤ ਬਣੀ ਰਹੀ। ਮਨਸੂਰ ਦਿਨ ਰਾਤ ਪਛਤਾਵੇ ਦੀ ਅੱਗ ਨਾਲ ਸੜਨ ਲੱਗਾ। ਉਸਦੀ ਹਾਲਤ ਤੇਜ਼ੀ ਨਾਲ ਵਿਗੜਨੀ ਸ਼ੁਰੂ ਹੋ ਗਈ। ਉਸਦੀ ਹਾਲਤ ਵੇਖ ਕੇ ਮੇਰਾ ਦਿਲ ਤਰਸ ਨਾਲ ਭਰ ਜਾਂਦਾ। ਹਰ ਹੀਲੇ ਮੈਂ ਉਸਦਾ ਦਿਲ ਰੱਖਣ ਦੀ ਕੋਸ਼ਿਸ਼ ਕਰਦੀ, ਪਰ ਜਿਹੜੀ ਚੀਜ਼ ਮੇਰੇ ਅੰਦਰੋਂ ਖਤਮ ਹੋ ਚੁੱਕੀ ਸੀ, ਹਜ਼ਾਰ ਕੋਸ਼ਿਸ਼ ਕਰਕੇ ਵੀ ਮੈਂ ਆਪਣੇ ਅੰਦਰ ਪੈਦਾ ਨਾ ਕਰ ਸਕੀ। ਮਨਸੂਰ ਲਈ ਉਹ ਆਪਾ ਵਾਲਾ ਸਨੇਹ ਜਿਸ ਦਾ ਅੰਸ਼ ਮਾਤਰ ਵੀ ਮੇਰੇ ਅੰਦਰ ਬਾਕੀ ਨਹੀਂ ਸੀ ਰਿਹਾ, ਮੈਂ ਕੀਕਨ ਦੁਬਾਰਾ ਆਪਣੇ ਅੰਦਰ ਪੈਦਾ ਕਰਦੀ। ਆਪਣੀ ਵੱਲੋਂ ਮੈਂ ਅੱਗੇ ਵਾਂਗ ਹੀ ਉਸਦਾ ਸਿਰ ਗੋਦੀ ਵਿੱਚ ਰੱਖ ਲੈਂਦੀ, ਉਸਦੇ ਸਿਰ ਦੇ ਵਾਲਾਂ ਵਿੱਚ ਉਂਗਲਾਂ ਫੇਰਦੀ ਹੋਈ ਆਪਾ ਦਾ ਸਾਂਗ ਭਰਨ ਦੀ ਕੋਸ਼ਿਸ਼ ਕਰਦੀ, ਪਰ ਅੰਦਰੋਂ ਮੈਨੂੰ ਜਾਪਦਾ ਜਿਕਨ ਕਿਸੇ ਸੜੀ ਹੋਈ ਲਾਸ਼ ਨੂੰ ਲਈ ਬੈਠੀ ਹਾਂ। ਫਿਰ ਵੀ ਮੈਂ ਮਨਸੂਰ ਨੂੰ ਮਰਨ ਨਹੀਂ ਦੇਣਾ ਚਾਹੁੰਦੀ ਸਾਂ। ਮਨਸੂਰ ਤੇਜ਼ੀ ਨਾਲ ਮੌਤ ਵੱਲ ਭੱਜਾ ਜਾ ਰਿਹਾ ਸੀ। ਅਖੀਰ ਮੈਂ ਇੱਕ ਦਿਨ 100 ਦੀ ਇੱਕੋ ਮੁਕਾ ਕੇ ਉਸਨੂੰ ਕਹਿ ਦਿੱਤਾ, ਵੇਖੋ ਮਨਸੂਰ, ਹੁਣ ਤੇਰਾ ਰੋਣਾ ਚਿੱਲਾਣਾ ਫਜ਼ੂਲ ਹੈ। ਜੇ ਤੂੰ ਚਾਹੇ ਕਿ ਮੈਂ ਫਿਰ ਉਸੇ ਤਰ੍ਹਾਂ ਤੇਰੀ ਆਪਾ ਬਣ ਜਾਵਾਂ ਤਾਂ ਇਹ ਗੱਲ ਕਿਆਮਤ ਤੀਕ ਨਹੀਂ ਹੋ ਸਕਣੀ, ਕਿਉਂਕਿ ਇਹ ਮੇਰੇ ਵੱਸ ਦੀ ਗੱਲ ਨਹੀਂ। ਜੋ ਕੁਝ ਹੋ ਚੁੱਕਾ ਹੈ ਹੋ ਚੁੱਕਾ। ਹੁਣ ਤੈਨੂੰ ਇਸੇ ਉੱਤੇ ਸਬਰ ਕਰਨਾ ਪਵੇਗਾ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪਵਿੱਤਰ ਪਿਆਰ ਦੇ ਹੀਰੇ ਬਦਲੇ ਤੂੰ ਨਫਸ ਦਾ ਖਿਡੌਣਾ ਵਟਾ ਲਿਆ ਹੈ, ਪਰ ਹੁਣ ਤੈਨੂੰ ਇਸੇ ਖਿਡੌਣੇ ਉੱਤੇ ਕਨਾਇਤ ਕਰਨੀ ਪਵੇਗੀ। ਮਨਸੂਰ, ਮੈਂ ਕਿਤਨੀ ਖੁਸ਼ਕਿਸਮਤ ਹੁੰਦੀ ਜੇ ਤੇਰੀ ਆਪਾ ਰਹਿ ਸਕਦੀ, ਪਰ ਅਫਸੋਸ ਤੂੰ ਇਸ ਚੀਜ਼ ਦੀ ਕੀਮਤ ਨਾ ਪਾਈ। ਪਰ ਇਸ ਵਿੱਚ ਤੇਰਾ ਵੀ ਕਸੂਰ ਨਹੀਂ, ਜਜ਼ਬਾਤੀ ਕਮਜ਼ੋਰੀ ਨੇ ਤੈਨੂੰ ਪਸਪਾ ਕਰ ਦਿੱਤਾ। ਮੇਰੇ ਸੱਚੇ ਦਿਲੋਂ ਤੇਰੇ ਨਾਲ ਹਮਦਰਦੀ ਹੈ ਮਨਸੂਰ। ਇਸ ਤੋਂ ਛੁੱਟ ਤੇਰੀ ਅਹਿਸਾਨਮੰਦੀ ਨੂੰ ਵੀ ਨਹੀਂ ਭੁੱਲ ਸਕਦੀ ਜਿਹੜਾ ਤੂੰ ਇਸ ਬਗਾਨੀ ਦੁਨੀਆ ਵਿੱਚ ਮੈਨੂੰ ਆਪਣਤ ਦਾ ਹੱਥ ਦਿੱਤਾ। ਮੈਂ ਹਮੇਸ਼ਾ ਤੇਰੀ ਇੱਜ਼ਤ ਕਰਾਂਗੀ, ਤੈਨੂੰ ਸੁਖੀ ਬਣਾਉਣ ਵਿੱਚ ਕੋਈ ਹੀਲਾ ਬਾਕੀ ਨਹੀਂ ਰਹਿਣ ਦਿਆਂਗੀ। ਤੇਰੇ ਕਿਸੇ ਵੀ ਕੰਮ ਆ ਕੇ ਮੇਰੇ ਦਿਲ ਨੂੰ ਸੱਚੀ ਖੁਸ਼ੀ ਹੋਵੇਗੀ।
ਪਰ ਦਿਲ ਦੀ ਹਾਲਤ ਆਦਮੀ ਦੇ ਆਪਣੇ ਵੱਸ ਨਹੀਂ ਹੁੰਦੀ। ਜੇ ਕਦੀ ਹੁੰਦੀ ਤਾਂ ਮੈਂ ਤੈਨੂੰ ਹਮੇਸ਼ਾ ਉਸੇ ਪਿਆਰ ਨਾਲ ਅਪਣਾਈ ਰੱਖਦੀ, ਪਰ ਮਨਸੂਰ ਇਹ ਮੇਰੇ ਵੱਸ ਤੋਂ ਬਾਹਰ ਹੈ। ਮੈਂ ਪਿਆਰ ਤੋਂ ਬਿਨਾਂ ਹੋਰ ਸਭ ਕੁਝ ਤੈਨੂੰ ਦੇ ਸਕਾਂਗੀ, ਸਭ ਕੁਝ ਤੇਰੇ ਉਤੋਂ ਸਦਕੇ ਕਰਕੇ ਖੁਸ਼ ਹੋਵਾਂਗੀ। ਡਾਕਟਰ ਸੁਣਦਾ ਗਿਆ ਤੇ ਸੁਣ ਕੇ ਆਪਣੀ ਸੂਝ ਦੀ ਤਖਤੀ ਉੱਤੇ ਪੁੰਨਿਆ ਦੀਆਂ ਤਸਵੀਰਾਂ ਚਿਤਾਰਦਾ ਤੇ ਮਿਟਾਉਂਦਾ ਗਿਆ। ਪੁੰਨਿਆ ਦੀ ਬਾਕੀ ਕਹਾਣੀ ਸੁਣਨ ਦੀ ਉਸਦੀ ਇੱਛਾ ਨਹੀਂ ਸੀ ਰਹੀ, ਕਿਉਂਕਿ ਉਸਦੇ ਹਿਰਦੇ ਦੇ ਤਖਤ ਉੱਤੇ ਬਿਰਾਜੀ ਹੋਈ ਪੁੰਨਿਆ ਦੀ ਦੈਵੀ ਤਸਵੀਰ ਉੱਤੇ ਕਹਾਣੀ ਦੇ ਵਿਚਕਾਰਲੇ ਹਿੱਸੇ ਨੇ ਲੁੱਕ ਫੇਰ ਦਿੱਤੀ ਸੀ, ਜਿਹੜੀ ਉਸਦੇ ਖਿਆਲ ਵਿੱਚ ਕਿਸੇ ਹੀਲੇ ਵੀ ਸਾਫ਼ ਨਹੀਂ ਸੀ ਹੋ ਸਕਦੀ। ਪਰ ਉਸਦਾ ਖਿਆਲ ਗਲਤ ਨਿਕਲਿਆ। ਕਹਾਣੀ ਦਾ ਬਾਕੀ ਹਿੱਸਾ ਉਹ ਜਿਉਂ-ਜਿਉਂ ਸੁਣਦਾ ਗਿਆ, ਨਾਲੋਂ ਨਾਲ ਤਸਵੀਰ ਦਾ ਰੰਗ ਵੀ ਬਦਲਦਾ ਗਿਆ। ਲੁੱਕ ਦੀ ਗੂੜੀ ਸਿਆਹੀ ਘੁਲਦੀ ਗਈ। ਕਹਾਣੀ ਦਾ ਸਿਲਸਿਲਾ ਜਦ ਉਪਰੋਕਤ ਟਿਕਾਣੇ ਪੁੱਜਾ ਤਾਂ ਡਾਕਟਰ ਆਨੰਦ ਦਾ ਦਿਲ ਕਾਫੀ ਹੱਦ ਤੱਕ ਸਾਫ਼ ਹੋ ਚੁੱਕਾ ਸੀ। ਹੌਲੀ-ਹੌਲੀ ਇਹ ਹਕੀਕਤ ਉਸ ਉੱਤੇ ਖੁੱਲ੍ਹਣੀ ਸ਼ੁਰੂ ਹੋਈ ਕਿ ਜਿਹੜੀ ਹੁਣ ਤੱਕ ਉਸ ਤੋਂ ਲੁਕੀ ਰਹੀ ਸੀ। ਪੁੰਨਿਆ ਦੀ ਜਿਸ ਕਿਰਿਆ ਨੂੰ ਉਹ ਦੁਰਾਚਾਰ ਦਾ ਦਰਜਾ ਦੇ ਚੁੱਕਾ ਸੀ, ਉਹੀ ਕਿਰਿਆ ਉਸ ਦੀਆਂ ਨਜ਼ਰਾਂ ਵਿੱਚ ਇੱਕ ਵਾਰੀ ਫਿਰ ਮਹਾਨਤਾ ਦਾ ਦਰਜਾ ਪ੍ਰਾਪਤ ਕਰਦੀ ਜਾ ਰਹੀ ਸੀ। ਦਿਲ ਹੀ ਦਿਲ ਵਿੱਚ ਉਹ ਆਪਣੀ ਬੇਸਮਝੀ ਉੱਤੇ ਕੁੜ ਰਿਹਾ ਸੀ। ਉਸ ਨੂੰ ਇਹ ਫਿਕਰ ਖਾਈ ਜਾ ਰਿਹਾ ਸੀ ਕਿ ਪੁੰਨਿਆ ਦਾ ਦਿਲ, ਜਿਸ ਨੂੰ ਉਹ ਆਪਣੇ ਵਾਕ ਤੀਰਾਂ ਨਾਲ ਸ਼ੇਕੋ-ਸ਼ੇਕ ਕਰ ਚੁੱਕਾ ਹੈ, ਕਿਕਨ ਉਸ ਦੇ ਜ਼ਖਮਾਂ ਨੂੰ ਭਰ ਸਕੇਗਾ। ਪੁੰਨਿਆ ਨੇ ਆਪਣੀ ਕਹਾਣੀ ਉਸੇ ਰੌ ਵਿੱਚ ਜਾਰੀ ਰੱਖੀ। ਪਰ ਮਗਰੋਂ ਮੈਂ ਜਦ ਮਨਸੂਰ ਦੀ ਹਾਲਤ ਵੇਖੀ ਤਾਂ ਮੈਨੂੰ ਬੜਾ ਅਫਸੋਸ ਲੱਗਿਆ ਕਿ ਕਿਉਂ ਮੈਂ ਇੱਕਦਮ ਐਡਾ ਕੌੜਾ ਸੱਚ ਉਸ ਦੇ ਮੂੰਹ ਤੇ ਕਹਿ ਕੇ ਵਿਚਾਰੇ ਮੋਏ ਮਾਰੇ ਨੂੰ ਹੋਰ ਵੀ ਮਾਰ ਮੁਕਾਉਣ ਵਾਲੀ ਭੁੱਲ ਕੀਤੀ। ਮੇਰੀਆਂ ਗੱਲਾਂ ਸੁਣਨ ਤੋਂ ਬਾਅਦ ਉਹ ਸੱਥਰ ਲੈ ਗਿਆ। ਮੈਂ ਨਹੀਂ ਸਾਂ ਜਾਣਦੀ ਕਿ ਮਨਸੂਰ ਵਰਗਾ ਪਿਆਰ ਦਾ ਪੰਛੀ ਪਿਆਰ ਦੀ ਖੁਰਾਕ ਤੋਂ ਬਿਨਾਂ ਹੋਰ ਕਿਸੇ ਤਰ੍ਹਾਂ ਵੀ ਜਿਉਂਦਾ ਨਹੀਂ ਰਹਿ ਸਕਦਾ। ਦੱਸ ਚੁੱਕੀ ਹਾਂ ਕਿ ਉਸ ਰਾਤ ਤੋਂ ਬਾਅਦ ਜਦ ਕਿ ਮੇਰੇ ਦਿਲ ਵਿੱਚੋਂ ਆਪਣਾ ਸਾਰਾ ਭਰਾਤਰੀ ਪਿਆਰ ਗਵਾ ਬੈਠਾ ਸੀ, ਉਸ ਦੀ ਹਾਲਤ ਇੱਕਦਮ ਵਿਗੜਨੀ ਸ਼ੁਰੂ ਹੋ ਗਈ। ਮੈਨੂੰ ਇੱਕ ਵਾਰੀ ਫੇਰ ਫਿਕਰ ਨੇ ਆ ਘੇਰਿਆ, ਮਤੇ ਉਹ ਫਿਰ ਆਤਮ ਹੱਤਿਆ ਕਰਨ ਤੇ ਉਤਾਰੂ ਹੋ ਜਾਵੇ। ਮੈਨੂੰ ਇਹ ਵੀ ਤਾਂ ਡਰ ਸੀ ਕਿ ਜੇ ਮਨਸੂਰ ਕੋਈ ਇਹੋ ਜਿਹਾ ਕਾਰਾ ਕਰ ਬੈਠਾ ਤਾਂ ਮੇਰੀ ਸਾਰੀ ਕੀਤੀ ਕਤਰੀ ਉੱਤੇ ਪਾਣੀ ਫਿਰ ਜਾਵੇਗਾ। ਸੋ ਬਾਵਜੂਦ ਇਸ ਦੇ ਕਿ ਮੇਰਾ ਦਿਲ ਉਸ ਨੂੰ ਨਫ਼ਰਤ ਕਰਨ ਲੱਗ ਪਿਆ ਸੀ, ਬਨਾਵਟੀ ਤੌਰ ਤੇ ਉਸ ਨੂੰ ਪਿਆਰ ਪੁਚਕਾਰ ਨਾਲ ਥੋੜਾ ਬਹੁਤ ਰਾਹ ਤੇ ਲਿਆਉਣ ਦੀ ਕੋਸ਼ਿਸ਼ ਕਰਨ ਲੱਗੀ। ਪਰ ਦਿਲਾਂ ਨੂੰ ਦਿਲਾਂ ਵਿੱਚੋਂ ਰਾਹ ਹੁੰਦੇ ਨੇ। ਹਜ਼ਾਰ ਮੈਂ ਉਸ ਲਈ ਪਿਆਰ ਦੇ ਸੰਗ ਭਰਦੀ ਸਾਂ, ਪਰ ਮਨਸੂਰ ਦੇ ਦਿਲ ਨੂੰ ਤਸੱਲੀ ਕਦੀ ਨਹੀਂ ਸੀ ਹੋ ਸਕੀ। ਉਸ ਦੀ ਸਿਹਤ ਬਰਾਬਰ ਵਿਗੜਦੀ ਹੀ ਚਲੀ ਗਈ ਤੇ ਪਹਿਲਾਂ ਨਾਲੋਂ ਵੀ ਜਲਦੀ। ਅੱਗੇ ਤਾਂ ਨਫਸ ਦਾ ਜਜ਼ਬਾ ਉਸ ਦੀ ਨੀਂਦਰ ਤੇ ਭੁੱਖ ਦਾ ਵੈਰੀ ਬਣਿਆ ਰਹਿੰਦਾ ਸੀ। ਹੁਣ ਉਹ ਆਪਣੀਆਂ ਨਜ਼ਰਾਂ ਵਿੱਚ ਆਪ ਹੀ ਮੁਜਰਮ ਸੀ, ਜਾਂ ਇਉਂ ਸਮਝੋ ਕਿ ਆਪਣੇ ਬੋਝ ਹੇਠ ਆਪ ਹੀ ਫਿਸਦਾ ਜਾਂਦਾ ਸੀ। ਅੱਗੇ ਵਾਂਗ ਮੇਰੇ ਨਾਲ ਲਾਡ ਪਿਆਰ ਨਹੀਂ ਸੀ ਕਰ ਸਕਦਾ, ਇੱਥੋਂ ਤੱਕ ਕਿ ਅੱਖਾਂ ਵੀ ਮੇਰੇ ਸਾਹਮਣੇ ਉੱਚੀਆਂ ਨਹੀਂ ਸੀ ਕਰ ਸਕਦਾ। ਅਸਲੀ ਮਹੀਨਿਆਂ ਵਿੱਚ ਉਹ ਜ਼ਿੰਦਗੀ ਤੋਂ ਬੇਜ਼ਾਰ ਸੀ। ਸੱਚ ਪੁੱਛੋ ਤਾਂ ਸਾਨੂੰ ਦੋਹਾਂ ਨੂੰ ਹੁਣ ਇੱਕ ਦੂਜੇ ਦਾ ਸਾਥ ਬੋਝ ਜਾਪਣ ਲੱਗ ਪਿਆ ਸੀ। ਉਹ ਤਾਂ ਆਪਣੇ ਕੀਤੇ ਤੇ ਸ਼ਰਮਸਾਰ ਸੀ ਤੇ ਇੱਧਰ ਮੇਰੇ ਦਿਲ ਵਿੱਚ ਉਸ ਦੀ ਨਫ਼ਰਤ ਜ਼ਹਿਰ ਘੋਲ ਰਹੀ ਸੀ। ਭਾਵੇਂ ਕਿ ਉੱਪਰੋਂ ਅਸੀਂ ਦੋਵੇਂ ਇੱਕ ਦੂਜੇ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੇ ਸੀ। ਉਹ ਪਹਿਲੇ ਦਿਨ ਹੁਣ ਸੁਪਨਾ ਹੋ ਚੁੱਕੇ ਸਨ ਜਦ ਅਸੀਂ ਪਹਿਰਾਂ ਬੱਧੀ ਬੈਠੇ ਆਪੋ ਵਿੱਚ ਗੱਲਾਂ ਕਰਦੇ ਰਹਿੰਦੇ ਸਾਂ। ਹੁਣ ਅਸੀਂ ਲੱਗਦੀ ਵਾਹ ਇੱਕ ਦੂਜੇ ਦੀਆਂ ਨਜ਼ਰਾਂ ਤੋਂ ਲੁਕਣ ਦੀ ਕੋਸ਼ਿਸ਼ ਕਰਨ ਲੱਗ ਪਏ ਸਾਂ। ਮਨਸੂਰ ਦੀ ਸਿਹਤ ਵਿਗੜਦੀ ਇੱਥੋਂ ਤੱਕ ਪਹੁੰਚ ਗਈ ਕਿ ਉਸ ਲਈ ਟੁਰਨਾ ਫਿਰਨਾ ਮੁਸ਼ਕਿਲ ਹੋ ਗਿਆ। ਅਖੀਰ ਲਾਚਾਰ ਹੋ ਕੇ ਉਸ ਨੂੰ 2 ਮਹੀਨੇ ਦੀ ਛੁੱਟੀ ਲੈਣੀ ਪਈ। ਉਹਨਾਂ ਦਿਨਾਂ ਵਿੱਚ ਨਿਕਾਸੀਆਂ ਦੀਆਂ ਜ਼ਮੀਨਾਂ ਉੱਤੇ ਕਬਜ਼ਿਆਂ ਦੀ ਵਬਾਅ ਉੱਥੇ ਵੀ ਸਾਡੇ ਮੁਲਕ ਵਾਂਗ ਸ਼ੁਰੂ ਸੀ ਤੇ ਇਹ ਕੰਮ ਬਹੁਤਾ ਕਰਕੇ ਪਟਵਾਰੀਆਂ ਕੌਨਗੋਆਂ ਜ਼ਿਲ੍ਹੇਦਾਰਾਂ ਤੇ ਤਹਿਸੀਲਦਾਰਾਂ ਦੇ ਹੱਥ ਵਿੱਚ ਸੀ, ਜਿਸ ਕਰਕੇ ਉਹਨਾਂ ਨੂੰ ਬੇਹਿਸਾਬੀ ਖੱਟੀ ਹੋ ਰਹੀ ਸੀ। ਪਟਵਾਰੀਆਂ ਦੀ ਹਾਲਤ ਸੀ ਕਿ 2-2, 4-400 ਰੁਪਏ ਰੋਜ਼ਾਨਾ ਲੈ ਆਉਂਦੇ ਸਨ। ਪਰ ਆਫਰੀਨ ਕਹੋ ਮਨਸੂਰ ਨੂੰ, ਜਿਸਨੇ ਕਦੀ ਇੱਕ ਕੌਡੀ ਨੂੰ ਵੀ ਹੱਥ ਨਹੀਂ ਸੀ ਲਾਇਆ। ਜੇ ਉਹ ਵੀ ਆਮ ਪਟਵਾਰੀਆਂ ਵਾਲਾ ਰਵੱਈਆ ਰੱਖਦਾ ਤਾਂ ਉਸ ਕੋਲ ਜ਼ਰੂਰ 5-10 ਹਜ਼ਾਰ ਦਾ ਆਸਰਾ ਹੁੰਦਾ। ਅਖੀਰ ਵਿਚਾਰਾ ਮਨਸੂਰ ਉੱਕਾ ਹੀ ਨਿਕਾਰਾ ਹੋ ਗਿਆ। ਉਹ ਸਾਰਾ ਦਿਨ ਅੰਦਰ ਲੰਮਾ ਪਿਆ ਰਹਿੰਦਾ, ਕਦੀ ਸਵੇਰੇ ਜਾਂ ਸ਼ਾਮੀ ਸੋਟੀ ਦੇ ਆਸਰੇ ਟੁਰ ਕੇ ਪਿੰਡੋਂ ਬਾਹਰ ਤੀਕ ਚਲਿਆ ਜਾਇਆ ਕਰਦਾ। ਇੱਕ ਦਿਨ ਦੁਪਹਿਰੇ ਉਹ ਬਾਹਰ ਗਿਆ ਤੇ ਸੋਤੇ ਪਏ ਮੁੜਿਆ। ਮੈਂ ਦੇਰ ਕਰਕੇ ਆਉਣ ਦਾ ਸਬੱਬ ਪੁੱਛਿਆ ਤਾਂ ਕਹਿਣ ਲੱਗਿਆ, ਤਸੀਲੇ ਚਲਾ ਗਿਆ ਸਾਂ ਮਿਲਟਰੀ ਨੂੰ ਇਤਲਾਹ ਦੇਣ ਕਿ ਮੇਰੇ ਘਰ ਇੱਕ ਹਿੰਦੂ ਲੜਕੀ ਹੈ, ਜਿਸ ਨੂੰ ਉਹ ਆ ਕੇ ਲੈ ਜਾਣ। ਉਸ ਦੀ ਗੱਲ ਸੁਣ ਕੇ ਮੇਰੇ ਦਿਲ ਨੂੰ ਖੁਸ਼ੀ ਹੋਈ। ਹਿੰਦੁਸਤਾਨ ਵਿੱਚ ਭਾਵੇਂ ਮੇਰਾ ਸਾਕ ਸੰਬੰਧੀ ਕੋਈ ਨਹੀਂ ਸੀ, ਫਿਰ ਵੀ ਆਪਣਾ ਵਤਨ ਵੇਖਣ ਦੀ ਮੇਰੇ ਅੰਦਰ ਬੜੀ ਤੜਪ ਸੀ। ਨਾਲੇ ਮੈਂ ਇਸ ਤਰ੍ਹਾਂ ਗੁਮਨਾਮੀ ਦੀ ਜ਼ਿੰਦਗੀ ਵਿੱਚ ਰਹਿੰਦੀ ਤੰਗ ਆ ਗਈ ਸਾਂ। ਮੈਂ ਦੇਸ਼ ਵਿੱਚ ਪਹੁੰਚ ਕੇ ਆਪਣੇ ਫੈਲਰਨ ਲਈ ਆਪਣੀ ਮਰਜ਼ੀ ਦਾ ਮੈਦਾਨ ਲੱਭਣਾ ਚਾਹੁੰਦੀ ਸਾਂ। ਮੈਂ ਦੇਸ਼ ਦੀ ਕਿਸੇ ਲੋੜੀਂਦੀ ਸੇਵਾ ਲਈ ਆਪਣੀ ਜ਼ਿੰਦਗੀ ਵਕਫ ਕਰਨਾ ਚਾਹੁੰਦੀ ਸਾਂ। ਪਰ ਇਹ ਖਾਹਿਸ਼ ਹੁੰਦਿਆਂ ਵੀ ਮਨਸੂਰ ਦੀ ਗੱਲ ਸੁਣ ਕੇ ਮੈਨੂੰ ਉਸ ਦੀ ਹਾਲਤ ਬਾਰੇ ਬੜਾ ਫਿਕਰ ਪੈਦਾ ਹੋਇਆ। ਜਦ ਮੈਂ ਉਸ ਨੂੰ ਇਸ ਦਾ ਸਬੱਬ ਪੁੱਛਿਆ ਤਾਂ ਕਹਿਣ ਲੱਗਾ, ਮੈਂ ਤਾਂ ਹੁਣ ਕੋਈ ਦਿਨ ਦਾ ਪ੍ਰਾਹੁਣਾ ਹਾਂ, ਪਰ ਮੇਰੇ ਪਿੱਛੋਂ ਤੇਰਾ ਕੀ ਹਾਲ ਹੋਵੇਗਾ, ਇਸੇ ਗਮ ਨੇ ਮੈਨੂੰ ਪਰੇਸ਼ਾਨ ਕਰ ਰੱਖਿਆ ਸੀ।
ਅਖੀਰ ਮੈਂ ਇਸ ਨਤੀਜੇ ਉੱਤੇ ਅਪੜਿਆ ਹਾਂ, ਤੈਨੂੰ ਹਿੰਦੁਸਤਾਨ ਪਹੁੰਚਾ ਦਿਆਂ। ਤੂੰ ਬੜੀ ਕੀਮਤੀ ਜ਼ਿੰਦਗੀ, ਐਸਾ ਨਾ ਹੋਵੇ ਮੇਰੇ ਪਿੱਛੋਂ ਇਹ ਜਨੂਨੀ ਦਰਿੰਦੇ ਤੇਰਾ ਜੀਣਾ ਮੁਸ਼ਕਲ ਬਣਾ ਦੇਣ। ਡਾਕਟਰ ਆਨੰਦ ਨੇ ਡੂੰਘਾ ਹੌਂਕਾ ਭਰਿਆ ਤੇ ਇਸ ਦੇ ਨਾਲ ਹੀ ਜਿਵੇਂ ਅਣਜਾਣੇ ਹੀ ਉਸ ਦੇ ਮੂੰਹ ਚੋਂ ਨਿਕਲ ਗਿਆ, ਵਿਚਾਰਾ ਬਦਨਸੀਬ। ਪੁੰਨਿਆ ਬੋਲੀ ਗਈ। ਦੂਜੇ ਦਿਨ ਸਵੇਰੇ ਹੀ ਮਿਲਟਰੀ ਆ ਪਹੁੰਚੀ, ਜਿਸ ਦੇ ਨਾਲ ਬੀਬੀ ਮਿਰਦੁੱਲਾ ਸਾਰਾ ਦੀ ਪਾਰਟੀ ਸੀ। ਮਿਰਦੁੱਲਾ ਭੈਣ ਪਾਸ ਜਦ ਮੈਂ ਮਨਸੂਰ ਦੀਆਂ ਮਿਹਰਬਾਨੀਆਂ ਦਾ ਜ਼ਿਕਰ ਕੀਤਾ ਤਾਂ ਉਸਨੇ ਮੰਜੇ ਉੱਤੇ ਢੋਲ ਲਾਈ ਬੈਠੇ ਮਨਸੂਰ ਨੂੰ ਕਈ ਵੇਰਾਂ ਥਾਪੀ ਦਿੱਤੀ। ਉਸ ਵੇਲੇ ਦਾ ਕਿਵੇਂ ਬਿਆਨ ਕਰਾਂ ਜਦ ਮੇਰੇ ਲਈ ਟਰੱਕ ਉੱਤੇ ਸਵਾਰ ਹੋਣ ਦਾ ਵੇਲਾ ਆਇਆ। ਮਨਸੂਰ ਨੇ ਰਾਤ ਤੋਂ ਹੀ ਕੁਝ ਨਹੀਂ ਸੀ ਖਾਧਾ ਪੀਤਾ। ਉਸ ਦੀਆਂ ਅੱਖਾਂ ਇੱਕ ਮਿੰਟ ਲਈ ਵੀ ਖੁਸ਼ਕ ਨਹੀਂ ਸਨ ਹੋਈਆਂ। ਉਹ ਆਖਰੀ ਸਦਮੇ ਨੂੰ ਸਹਿਣ ਲਈ ਸ਼ਾਇਦ ਆਪਣੇ ਆਪ ਨੂੰ ਤਿਆਰ ਕਰ ਚੁੱਕਾ ਸੀ। ਉਸ ਪਾਸ ਉਹ ਜਿਹੜਾ ਆਪਣੀਆਂ ਲਿਖਤਾਂ ਦਾ ਸਰਮਾਇਆ ਸੀ, ਕਿਤਾਬਾਂ ਕਾਪੀਆਂ ਦੀ ਪੰਡ, ਉਹਨਾਂ ਨੂੰ ਚੰਗੀ ਤਰ੍ਹਾਂ ਬੰਨ ਬਣਾ ਕੇ ਤੇ ਨਾਲੇ ਮੇਰੇ ਕੱਪੜੇ ਲੱਤੇ ਦਾ ਇੱਕ ਟਰੰਕ ਉਹ ਪਹਿਲਾਂ ਹੀ ਇੱਕ ਮੁੰਡੇ ਦੇ ਸਿਰ ਤੇ ਚੁਕਵਾ ਕੇ ਟਰੱਕ ਵਿੱਚ ਰੱਖ ਆਇਆ ਸੀ। ਬਾਹਰ ਵਿਹੜੇ ਵਿੱਚ ਹਿੰਦੁਸਤਾਨੀ ਮਿਲਟਰੀ ਦੇ 2 ਸਿਪਾਹੀ ਤੇ ਇੱਕ ਜਮਾਂਦਾਰ ਮੇਰੀ ਉਡੀਕ ਕਰ ਰਹੇ ਸਨ। ਮੈਂ ਘਰ ਛੱਡਣ ਤੋਂ ਪਹਿਲਾਂ ਮਨਸੂਰ ਨੂੰ ਅਲਵਿਦਾ ਕਹਿਣ ਲਈ ਉਸ ਵੱਲ ਵਧੀ। ਮਨਸੂਰ ਉਸ ਵੇਲੇ ਤੈਅ ਕੀਤੀ ਹੋਈ ਰਜਾਈ ਦੀ ਢੋ ਨਾਲ ਮੰਜੇ ਤੇ ਉਂਦੀ ਪਾਈ ਬੈਠਾ ਸੀ। ਮੈਂ ਜਾ ਕੇ ਉਸ ਦੇ ਮੋਢੇ ਹਿਲਾਏ, ਉਹ ਉੱਠ ਬੈਠਾ। ਮੈਨੂੰ ਸਮਝ ਨਹੀਂ ਸੀ ਆਉਂਦੀ ਕਿਵੇਂ ਇਸ ਤੋਂ ਵਿਦਾਇਗੀ ਪ੍ਰਾਪਤ ਕਰਾਂ। ਉਸ ਦੀ ਹਾਲਤ ਵੇਖ ਕੇ ਡਰ ਆ ਰਿਹਾ ਸੀ। ਰਾਤੋਂ ਰਾਤ ਉਹ ਮਰਨ ਹਾਕਾ ਹੋ ਗਿਆ ਸੀ। ਉਸ ਦੀਆਂ ਅੱਖਾਂ ਬਿਲਕੁਲ ਮੁਰਦੇ ਵਰਗੀਆਂ ਸਨ, ਚਿਹਰਾ ਇੱਕਦਮ ਪੀਲਾ। ਬੁਖਾਰ ਵੀ ਉਸ ਨੂੰ ਕਾਫੀ ਸੀ। ਬੁਖਾਰ ਦੀ ਹਾਲਤ ਵਿੱਚ ਉਹ ਬੜੀ ਮੁਸ਼ਕਿਲ ਨਾਲ ਪਿੰਡੋਂ ਬਾਹਰ ਟਰੱਕ ਤੇ ਆਇਆ। ਮੈਂ ਕੁਝ ਕਹਿ ਨਹੀਂ ਵਾਲੀ ਸਾਂ ਕਿ ਉਹ ਪਹਿਲਾਂ ਹੀ ਬੋਲ ਉੱਠਿਆ, ਆਪਾ ਇੱਕ ਵਾਰੀ ਉਸੇ ਤਰ੍ਹਾਂ ਆਪਾ ਬਣ ਕੇ ਮੈਨੂੰ ਪਿਆਰ ਦਿੰਦੀ ਜਾ, ਨਹੀਂ ਤਾਂ ਮੇਰੀ ਜਾਨ ਬੜੀ ਔਖੀ ਨਿਕਲੇਗੀ। ਤੇ ਕਹਿੰਦਾ ਉਹ ਰੋ ਪਿਆ। ਉਸ ਦੇ ਵਾਕਾਂ ਵਿੱਚ ਪਤਾ ਨਹੀਂ ਕੀ ਸੀ ਕਿ ਮੇਰੇ ਦਿਲ ਵਿੱਚੋਂ ਸਾਰੀ ਨਫ਼ਰਤ ਉੱਡ ਪੁੱਡ ਗਈ। ਇੱਕ ਵਾਰੀ ਫੇਰ ਉਸ ਰਾਤ ਤੋਂ ਬਾਅਦ ਪਹਿਲਾਂ ਵਾਂਗ ਮੇਰਾ ਦਿਲ ਉਸ ਦੇ ਪਿਆਰ ਨਾਲ ਛਲਕ ਪਿਆ। ਮੈਂ ਉਸ ਨੂੰ ਵੱਖੀ ਨਾਲ ਘੁੱਟ ਲਿਆ ਤੇ ਉਸ ਦਾ ਸਿਰ ਚੁੰਮਿਆ ਤੇ ਪਿੱਠ ਪਲੋਸਣ ਲੱਗੀ। ਤੇ ਜਦ ਬਾਹਰ ਖੜੋਤੀ ਪਾਰਟੀ ਦੀਆਂ ਘੜੀ ਮੁੜੀ ਦੀਆਂ ਆਵਾਜ਼ਾਂ ਕਾਰਨ ਮੈਂ ਮਨਸੂਰ ਨੂੰ ਛੱਡਿਆ ਤਾਂ ਉਸਦੇ ਚਿਹਰੇ ਦੀ ਟੁਕੜੀ ਅੱਜ ਫੇਰ ਚਮਕਦੀ ਵਿਖਾਈ ਦਿੱਤੀ। ਪਰ ਇਸ ਦੇ ਨਾਲ ਹੀ ਮੈਂ ਵੇਖਿਆ ਜਿਵੇਂ ਉਸਦਾ ਸਾਹ ਸੱਤ ਮੁੱਕਦਾ ਜਾਂਦਾ ਸੀ। ਮੈਂ ਉਸ ਨੂੰ ਸਹਿਜ ਢੰਗ ਨਾਲ ਮੰਜੇ ਤੇ ਬਿਠਾਇਆ। ਉਹ ਬੇਪ੍ਰਾਣਾ ਜਿਹਾ ਹੋ ਕੇ ਰਜਾਈ ਦੀ ਢੋ ਤੇ ਡਿੱਗ ਪਿਆ। ਜਾਣ ਤੋਂ ਪਹਿਲਾਂ ਇੱਕ ਵਾਰੀ ਫੇਰ ਮੈਂ ਉਸ ਨੂੰ ਪਿਆਰਿਆ ਤੇ ਫਿਰ ਜਾਣ ਦੀ ਆਗਿਆ ਮੰਗੀ। ਬੜੀ ਮੁਸ਼ਕਿਲ ਨਾਲ ਉਸ ਨੂੰ ਨਾਲ ਤੁਰਨ ਤੋਂ ਰੋਕਿਆ। ਮੈਨੂੰ ਡਰ ਸੀ ਮਤੇ ਰਾਹ ਵਿੱਚ ਹੀ ਡਿੱਗ ਪਵੇ। ਕੱਦ ਕੁ ਫਰਲਾਂਗ ਦੀ ਵਾਟ ਤੇ ਸੀ। ਛੇਕੜ ਮੈਂ ਉਸ ਵਿੱਚ ਜਾ ਬੈਠੀ ਤੇ ਡਰਾਈਵਰ ਇੰਜਨ ਸਟਾਰਟ ਕਰਨ ਲੱਗਾ, ਜਿਸ ਵਿੱਚ ਉਸ ਨੂੰ ਕਾਫੀ ਦੇਰ ਲੱਗ ਗਈ। ਇੰਨੇ ਨੂੰ ਕੀ ਵੇਖਦੀ ਹਾਂ, ਮਨਸੂਰ ਸੋਟੀ ਦੇ ਆਸਰੇ ਔਖੇ ਔਖੇ ਕਦਮ ਪੁੱਟਦਾ ਹੋਇਆ ਕਾਹਲੀ ਨਾਲ ਤੁਰਿਆ ਆ ਰਿਹਾ ਸੀ। ਮੈਨੂੰ ਜਾਪਿਆ ਜਿਵੇਂ ਹੋਰ 2-4 ਕਦਮ ਤੁਰਨ ਤੋਂ ਬਾਅਦ ਉਹ ਮੂੰਹ ਪਰਨੇ ਡਿੱਗ ਪਵੇਗਾ। ਮੈਂ ਛੇਤੀ ਨਾਲ ਟਰੱਕ ਵਿੱਚੋਂ ਛਾਲ ਮਾਰ ਕੇ ਤੇ ਜਮਾਂਦਾਰ ਪਾਸੋਂ 2 ਮਿੰਟਾਂ ਦੀ ਇਜਾਜ਼ਤ ਲੈ ਕੇ ਦੌੜੀ ਤੇ ਰਸਤੇ ਵਿੱਚ ਹੀ ਉਸ ਨੂੰ ਜਾ ਮਿਲੀ। ਪਰ ਉਹ ਰੁਕਿਆ ਨਾ। ਮੈਂ ਬਾਂਹ ਦਾ ਆਸਰਾ ਦਿੱਤਾ, ਉਸ ਨਾਲ ਤੁਰੀ ਆਈ। ਉਸ ਵੇਲੇ ਮੈਨੂੰ ਸਾਫ਼ ਦਿਖਾਈ ਦੇ ਰਿਹਾ ਸੀ ਕਿ ਮਨਸੂਰ ਹੁਣ ਥੋੜੇ ਹੀ ਚਿਰ ਦਾ ਮਹਿਮਾਨ ਹੈ। ਉਹ ਬੋਲ ਕੇ ਕੁਝ ਕਹਿਣਾ ਚਾਹੁੰਦਾ ਸੀ, ਪਰ ਉਹ ਬੋਲ ਨਹੀਂ ਸੀ ਸਕਦਾ। ਉਸ ਦਾ ਸਰੀਰ ਕੰਬ ਰਿਹਾ ਸੀ, ਸਭ ਤੋਂ ਜ਼ਿਆਦਾ ਹੋਠ। ਫਿਰ ਵੀ ਇਤਨੀ ਗੱਲ ਕਿਸੇ ਤਰ੍ਹਾਂ ਉਹ ਕਹਿਣ ਵਿੱਚ ਕਾਮਯਾਬ ਹੋ ਗਿਆ, ਆਪਾ ਤੇਰੀ ਮੈਂ ਇੱਕ ਚੋਰੀ ਕੀਤੀ ਸੀ, ਉਸ ਦੀ ਮੁਆਫੀ ਮੰਗਣੀ ਭੁੱਲ ਗਿਆ ਹਾਂ। ਮੇਰੇ ਪੁੱਛਣ ਤੇ ਉਸ ਕਿਹਾ, ਤੇਰੇ ਸਿਰ ਵਿੱਚੋਂ ਮੈਂ ਇੱਕ ਲਿਟ ਕਤਰ ਲਈ ਸੀ। ਸੁਣ ਕੇ ਡਾਕਟਰ ਨੂੰ ਕੱਲ ਦੀ ਗੱਲ ਚੇਤੇ ਆ ਗਈ, ਜਦ ਮੋਟਰ ਵਿੱਚ ਉਸ ਪੁੰਨਿਆ ਦੇ ਸਿਰ ਵਿੱਚੋਂ ਕੁਝ ਵਾਲ ਕਤਰੇ ਹੋਣ ਦਾ ਨਿਸ਼ਾਨ ਵੇਖਿਆ ਸੀ। ਪੁੰਨਿਆ ਕਹਿੰਦੀ ਗਈ ਤੇ ਜਦ ਮੈਂ ਉਸ ਨੂੰ ਇੱਕ ਵਾਰੀ ਫਿਰ ਛੇਕੜ ਦਾ ਪਿਆਰ ਦੇ ਕੇ ਟਰੱਕ ਤੇ ਚੜਨ ਲੱਗੀ ਤਾਂ ਉਸਦੀ ਜੇਬ ਵਿੱਚੋਂ ਇੱਕ ਤਾਵੀਜ਼ ਕੱਢਿਆ, ਜਿਹੜਾ ਪੇਚ ਨਾਲ ਖੁੱਲਦਾ ਮਿੱਟੀ ਦਾ ਸੀ। ਕੰਮਦੇ ਹੱਥ ਨਾਲ ਮੇਰੇ ਵੱਲ ਵਧਾਉਂਦਾ ਹੋਇਆ ਕਹਿਣ ਲੱਗਾ, ਇਹ ਮੇਰੀ ਆਪਾ ਦੀ ਨਿਸ਼ਾਨੀ ਹੈ, ਜਿਹੜੀ ਉਸ ਮੈਨੂੰ ਪਾਕਿਸਤਾਨ ਆਉਣ ਤੋਂ ਕਾਫੀ ਚਿਰ ਪਹਿਲਾਂ ਦਿੱਤੀ ਸੀ, ਜਿਸ ਨੂੰ ਮੈਂ ਅੱਜ ਤੀਕ ਸਾਂਭ ਵੀ ਰੱਖਿਆ ਏ। ਪਰ ਹੁਣ ਇਸ ਦੇ ਸੰਭਾਲਣ ਦੀ ਜ਼ਿੰਮੇਵਾਰੀ ਮੈਂ ਤੈਨੂੰ ਸੌਂਪਦਾ ਹਾਂ। ਉਹ ਵਿਚਾਰਾ ਹਜੇ ਹੋਰ ਵੀ ਕੁਝ ਗੱਲਾਂ ਕਰਨੀਆਂ ਚਾਹੁੰਦਾ ਸੀ, ਪਰ ਮਿਲਟਰੀ ਵਾਲਿਆਂ ਕਾਲ ਮਚਾਈ ਹੋਈ ਸੀ। ਮੈਂ ਉਸ ਪਾਸੋਂ ਤਾਵੀਜ਼ ਲੈ ਲਿਆ ਤੇ ਉਸ ਨੂੰ ਆਖਰੀ ਪਿਆਰ ਦੇ ਕੇ ਟਰੱਕ ਵਿੱਚ ਸਵਾਰ ਹੋ ਗਈ। ਇਸ ਤੋਂ ਅੱਗੇ ਪੁੰਨਿਆ ਬੋਲ ਨਾ ਸਕੀ। 2 ਮਿੰਟ ਬਾਅਦ ਆਪਣੇ ਗਲੇ ਨੂੰ ਠੀਕ ਕਰਦੀ ਹੋਈ ਇਤਨਾ ਹੋਰ ਕਹਿ ਸਕੀ। ਤੀਜੇ ਚੌਥੇ ਦਿਨ ਜਦੋਂ ਮੈਂ ਅੰਮ੍ਰਿਤਸਰ ਵਿੱਚ ਸਾਂ, ਉਸੇ ਮਿਰਦੁੱਲਾ ਭੈਣ ਦੀ ਪਾਰਟੀ ਵਿੱਚੋਂ ਇੱਕ ਨੇ ਮੈਨੂੰ ਮਨਸੂਰ ਦੀ ਮੌਤ ਦਾ ਹਾਲ ਸੁਣਾਇਆ। ਉਸ ਦੱਸਿਆ ਕਿ ਟਰੱਕ ਤੁਰਨ ਤੋਂ ਬਾਅਦ ਮਨਸੂਰ ਅਜਿਹਾ ਡਿੱਗਾ ਕਿ ਮੁੜ ਨਾ ਉੱਠਿਆ। ਛੇਕੜ ਪੁੰਨਿਆ ਨੇ ਇਤਨੀ ਗੱਲ ਹੋਰ ਦੱਸੀ ਕਿ ਮਨਸੂਰ ਦੀ ਜਿਹੜੀ ਜੀਵਨ ਪੂੰਜੀ ਉਸ ਨਾਲ ਲਿਆਈ ਸੀ, ਉਸ ਦੀਆਂ ਲਿਖਤਾਂ ਦੀ ਗੜੜੀ ਪਾਕਿਸਤਾਨ ਦੀ ਸਰਹੱਦ ਤੇ ਜਦ ਉਸ ਦੀ ਤਲਾਸ਼ੀ ਲਈ ਗਈ ਤਾਂ ਕਸਟਮ ਵਾਲਿਆਂ ਨੇ ਉਸ ਗੜੜੀ ਉੱਤੇ ਕਬਜ਼ਾ ਕਰ ਲਿਆ। ਉਹਨਾਂ ਦਾ ਕਹਿਣਾ ਸੀ, ਇਹ ਪਾਕਿਸਤਾਨ ਦੀ ਦੌਲਤ ਹੈ, ਇਸ ਨੂੰ ਹਿੰਦੁਸਤਾਨ ਲੈ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਆਪਣੀ ਆਪ ਬੀਤੀ ਸੁਣਾ ਚੁੱਕਣ ਤੋਂ ਬਾਅਦ ਪੁੰਨਿਆ ਨੇ ਡਾਕਟਰ ਵੱਲ ਜਰਾ ਡੂੰਘੇਰੇ ਧਿਆਨ ਨਾਲ ਤੱਕਿਆ। ਡਾਕਟਰ ਦੀਆਂ ਅੱਖਾਂ ਫਰਸ਼ ਦੀਆਂ ਟਾਈਲਾਂ ਉੱਤੇ ਗੱਡੀਆਂ ਹੋਈਆਂ ਸਨ।
ਉਹ ਕਿਸੇ ਗਹਿਰੇ ਖਿਆਲ ਵਿੱਚ ਗੁਆਚਿਆ ਹੋਇਆ ਸੀ। ਕਿਹੜੇ ਵੇਲੇ ਪੁੰਨਿਆ ਨੇ ਬੋਲਣਾ ਬੰਦ ਕਰ ਦਿੱਤਾ ਉਸਨੂੰ ਪਤਾ ਤੱਕ ਨਾ ਲੱਗਿਆ। ਉਸਦੀ ਇਕਾਗਰਤਾ ਉਦੋਂ ਭੰਗ ਹੋਈ ਜਦ ਪੁੰਨਿਆ ਦੇ ਮੂੰਹੋਂ ਉਸਨੂੰ ਸੁਣਾਈ ਦਿੱਤਾ, ਚੰਗਾ ਡਾਕਟਰ ਜੀ, ਹੁਣ ਤੁਸੀਂ ਜਾ ਸਕਦੇ ਹੋ। ਡਾਕਟਰ ਦੀ ਨਜ਼ਰ ਟਾਇਲਾਂ ਤੋਂ ਉੱਠ ਕੇ ਪੁੰਨਿਆ ਦੇ ਚਿਹਰੇ ਤੇ ਜਾ ਟਿਕੀ, ਪਰ ਪੁੰਨਿਆ ਨੇ ਉਸਨੂੰ ਕੀ ਕਿਹਾ ਹੈ ਬਿਨਾਂ ਮਤਲਬ ਸਮਝਿਆ ਉਹ ਬੈਠੀ ਹੋਈ ਆਵਾਜ਼ ਵਿੱਚ ਬੋਲਿਆ, ਪੁੰਨਿਆ ਜੀ ਮੈਂ, ਤੇ ਵਾਕ ਨੂੰ ਵਿੱਚੇ ਛੱਡ ਕੇ ਉਹ ਚੁੱਪ ਹੋ ਗਿਆ। ਪੁੰਨਿਆ ਨੇ ਉਸਦੀ ਹਾਲਤ ਵੱਲ ਕੋਈ ਧਿਆਨ ਨਾ ਦਿੱਤਾ। ਕੁਰਸੀ ਤੋਂ ਉੱਠ ਕੇ ਬਾਹਰ ਵੱਲ ਜਾਂਦੀ ਹੋਈ ਬੋਲੀ, ਜਾਂਦੇ ਹੋਏ ਬਾਹਰਲਾ ਬੂਹਾ ਬੰਦ ਕਰ ਜਾਣਾ। ਪ੍ਰਭਾਤ ਦੀ ਧੁੰਦਲੀ ਸਫੇਦੀ ਆਕਾਸ਼ ਉੱਤੇ ਫੈਲ ਰਹੀ ਸੀ, ਭਾਵੇਂ ਕਿ ਬੱਦਲ ਕਾਫੀ ਸੰਘਣੇ ਸਨ। ਹਵਾ ਬੰਦ ਹੋ ਗਈ ਸੀ, ਜਿਹੜੀ ਸ਼ਾਇਦ ਇਸ ਗੱਲ ਦਾ ਚਿੰਨ੍ਹ ਸੀ ਕਿ ਇੱਕ ਵਾਰੀ ਫਿਰ ਝੱਖੜ ਜਾਂ ਮੀਂਹ ਆਉਣ ਵਾਲਾ ਹੈ। ਜਰਾ 1 ਮਿੰਟ ਪੁੰਨਿਆ ਜੀ, ਡਾਕਟਰ ਦੀ ਆਵਾਜ਼ ਸੁਣ ਕੇ ਪੁੰਨਿਆ ਬੂਹੇ ਵਿੱਚ ਰੁਕੀ ਤੇ ਪਿਛਾਂਹ ਮੁੜੀ। ਡਾਕਟਰ ਦੀ ਆਵਾਜ਼ ਵਿੱਚ ਸ਼ਰਮਸਾਰ ਜਿਹਾ ਤਰਲਾ ਸੀ, ਮੇਰੀਆਂ ਵੀ 2-4 ਗੱਲਾਂ ਸੁਣਦੇ ਜਾਓ। ਨਹੀਂ ਡਾਕਟਰ ਜੀ, ਪੁੰਨਿਆ ਉਸੇ ਤਰ੍ਹਾਂ ਖੜੀ ਖਲੋਤੀ ਬੋਲੀ, ਹੁਣ ਸਾਡੇ ਲਈ ਕੁਝ ਵੀ ਕਹਿਣਾ ਸੁਣਨਾ ਬਾਕੀ ਨਹੀਂ ਰਿਹਾ। ਅੱਛਾ 2 ਮਿੰਟ ਲਈ ਬੈਠ ਤਾਂ ਜਾਓ। ਪੁੰਨਿਆ ਬੈਠ ਗਈ। ਪੁੰਨਿਆ ਜੀ, ਹਾਂਜੀ, ਮੁਆਫ ਕਰਨਾ ਮੈਂ ਤੁਹਾਨੂੰ ਸਮਝ ਨਹੀਂ ਸਕਿਆ, ਪਰ ਮੈਂ ਤਾਂ ਤੁਹਾਨੂੰ ਸਮਝ ਗਈ ਹਾਂ। ਪੁੰਨਿਆ ਜੀ, ਮੇਰੀ ਤਕਸੀਰ ਮੁਆਫ ਕਰੋ, ਮੇਰੀਆਂ ਅੱਖਾਂ ਅੱਗੇ ਬਹੁਤ ਮੋਟਾ ਪਰਦਾ ਸੀ ਜਿਹੜਾ ਦੂਰ ਹੋ ਚੁੱਕਾ ਹੈ। ਮੈਂ ਤੁਹਾਨੂੰ ਜੋ ਕੁਝ ਕਹਿ ਚੁੱਕਾ ਹਾਂ ਵਾਪਸ ਲੈਂਦਾ ਹਾਂ। ਅਸਲ ਵਿੱਚ ਤੁਸੀਂ ਮਾਨਵਤਾ ਦੀ ਹੱਦ ਤੋਂ ਬਹੁਤ ਉੱਚੀ ਸਾਂ ਤੇ ਮੈਂ ਹੇਠਲੇ ਪੱਧਰ ਤੇ ਖੜਾ ਸਾਂ, ਜਿਸ ਕਰਕੇ ਤੁਹਾਡੀ ਨੁਹਾਰ ਮੈਨੂੰ ਦਿਖਾਈ ਨਹੀਂ ਸੀ ਦੇ ਸਕੀ। ਸਖਤ ਸ਼ਰਮਿੰਦਾ ਹਾਂ। ਇਹਨਾਂ ਗੱਲਾਂ ਦਾ ਹੁਣ ਕੋਈ ਲਾਭ ਨਹੀਂ ਡਾਕਟਰ ਜੀ। ਮੰਨਿਆ ਕਿ ਤੁਸੀਂ ਮੈਨੂੰ ਪਛਾਣਨ ਵਿੱਚ ਦੇਰ ਕਰ ਦਿੱਤੀ ਹੈ, ਪਰ ਮੈਂ ਬਿਨਾਂ ਕਿਸੇ ਵੱਲ ਵਿੰਗ ਤੋਂ ਕਹਿ ਦਿੰਦੀ ਹਾਂ ਕਿ ਤੁਸੀਂ ਮੇਰੇ ਕੰਮ ਦੀ ਚੀਜ਼ ਨਹੀਂ ਹੋ। ਇਤਨਾ ਹੋਰ ਵੀ ਸੁਣ ਲਓ ਕਿ ਤੁਸੀਂ ਮੇਰਾ ਦਿਲ ਤੋੜਨ ਦਾ ਜਿਹੜਾ ਪਾਪ ਕੀਤਾ ਹੈ ਉਸਨੂੰ ਤਾਂ ਮੈਂ ਮੁਆਫ ਕਰ ਸਕਦੀ ਹਾਂ, ਪਰ ਮੈਨੂੰ ਦੁੱਖ ਇਸ ਗੱਲ ਦਾ ਹੈ ਕਿ ਤੁਸੀਂ ਮੇਰੇ ਦਿਲ ਦੇ ਤਖਤ ਤੋਂ ਡਿੱਗ ਪਏ ਹੋ, ਜਿਸ ਦੇ ਨਾਲ ਹੀ ਮੇਰਾ ਇੱਕ ਸੁਪਨਾ ਵੀ ਟੁੱਟ ਗਿਆ ਹੈ। ਮੈਨੂੰ ਨਹੀਂ ਸੀ ਪਤਾ ਕਿ ਤੁਸੀਂ ਇੰਨੀ ਘਟੀਆ ਜ਼ਹਿਨੀਅਤ ਦੇ ਮਾਲਕ ਹੋ ਕਿ ਚੰਮ ਤੋਂ ਅਗਾਂਹ ਤੁਹਾਡੀ ਨਜ਼ਰ ਜਾ ਹੀ ਨਹੀਂ ਸਕਦੀ। ਤੁਸੀਂ ਜਿਸ ਤਕੜੀ ਤੇ ਰੱਖ ਕੇ ਮੈਨੂੰ ਤੋਲਿਆ ਹੈ ਉਸ ਵਿੱਚ ਪਾਸਕੂ ਸੀ, ਨਹੀਂ ਤਾਂ ਮੇਰੀ ਕੀਮਤ ਤੁਸੀਂ ਇੰਨੀ ਘੱਟ ਕਦੀ ਨਾ ਪਾਉਂਦੇ। ਇੱਕ ਵਾਰੀ ਫਿਰ ਕਹਿ ਦਿਆਂ ਕਿ ਮੈਂ ਸਿਰਫ 2 ਹੀ ਗੱਲਾਂ ਜਾਣਦੀ ਹਾਂ। ਕੀ? ਡਾਕਟਰ ਨੇ ਬਿਨਾਂ ਉਸ ਵੱਲ ਤੱਕਿਆਂ ਪੁੱਛਿਆ। ਪੁੰਨਿਆ ਨੇ ਸੰਖੇਪ ਵਿੱਚ ਜਵਾਬ ਦਿੱਤਾ, ਪਿਆਰ ਜਾਂ ਨਫ਼ਰਤ। ਤਾਂ ਇਸ ਦਾ ਮਤਲਬ ਹੈ ਪਹਿਲਾਂ ਤੁਸੀਂ ਮੈਨੂੰ ਪਿਆਰ ਕਰਦੀ ਸਾਂ, ਹੁਣ ਨਫ਼ਰਤ? ਬੇਸ਼ੱਕ ਪੁੰਨਿਆ ਜੀ, ਤੁਹਾਡਾ ਖਿਆਲ ਦਰੁਸਤ ਹੈ, ਮੈਂ ਨਫ਼ਰਤ ਦੇ ਹੀ ਲਾਇਕ ਹਾਂ, ਜਦਕਿ ਮੋਤੀਆਂ ਦੀ ਮਾਲਾ ਨੂੰ ਮੈਂ ਕਚਕੜਿਆਂ ਦੀ ਗਾਨੀ ਸਮਝ ਬੈਠਾ। ਪਰ ਕੀ ਇਸ ਮੇਰੇ ਪਾਪ ਦਾ ਕੋਈ ਵੀ ਪ੍ਰਾਸ਼ਚਿਤ ਨਹੀਂ ਤੁਹਾਡੇ ਖਿਆਲ ਵਿੱਚ? ਪ੍ਰਾਸ਼ਚਿਤ ਹੈ ਤਾਂ ਦੱਸੋ, ਮੈਂ ਕਰਨ ਨੂੰ ਤਿਆਰ ਹਾਂ। ਖਿਮਾ ਕਰਨਾ ਡਾਕਟਰ ਜੀ, ਅਸੀਂ ਇਸ ਵੇਲੇ ਬੱਚਿਆਂ ਦੀ ਖੇਡ ਨਹੀਂ ਖੇਡ ਰਹੇ। ਇੱਥੇ ਬੈਠਿਆਂ ਬੈਠਿਆਂ ਤੁਹਾਡੇ ਮਨ ਨੇ ਕਿੰਨੇ ਹੀ ਰੰਗ ਬਦਲੇ ਨੇ। ਤੁਸੀਂ ਘੜੀ ਵਿੱਚ ਤੋਲਾ, ਘੜੀ ਵਿੱਚ ਮਾਸ਼ਾ ਹੋ ਜਾਂਦੇ ਹੋ, ਜਿਸ ਕਰਕੇ ਮੈਨੂੰ ਤੁਹਾਡੀ ਸਥਿਰਤਾ ਉੱਤੇ ਭਰੋਸਾ ਨਹੀਂ ਰਿਹਾ। ਮੈਂ ਜਾਣਦੀ ਹਾਂ ਕੋਈ ਬੜੀ ਗੱਲ ਨਹੀਂ ਜੇ ਇੱਕ ਵਾਰੀ ਫਿਰ ਤੁਹਾਡੇ ਅੰਦਰ ਕੋਈ ਐਸਾ ਹੇਰ-ਫੇਰ ਪੈਦਾ ਹੋ ਜਾਵੇ। ਸੋ ਇਸ ਹਾਲਤ ਵਿੱਚ ਤੁਸੀਂ ਆਪ ਹੀ ਸੋਚੋ ਕਿ ਕਿਨ ਪ੍ਰਾਸ਼ਚਿਤ ਦਾ ਸਵਾਲ ਪੈਦਾ ਹੋ ਸਕਦਾ ਹੈ। ਪੁੰਨਿਆ ਜੀ, ਐਤਕਾਂ ਡਾਕਟਰ ਦੇ ਤਰਲੇ ਵਿੱਚ ਪੱਥਰ ਗਾਲ ਸ਼ਕਤੀ ਸੀ। ਮੈਂ ਸਭ ਕੁਝ ਸਮਝ ਰਿਹਾ ਹਾਂ। ਆਪਣੇ ਮਨ ਦੀ ਕਮਜ਼ੋਰੀ ਨੂੰ ਜਿੰਨਾ ਮੈਂ ਮਹਿਸੂਸ ਕਰ ਰਿਹਾ ਹਾਂ ਸ਼ਾਇਦ ਤੁਸੀਂ ਨਹੀਂ ਕੀਤਾ ਹੋਣਾ। ਫਿਰ ਵੀ ਮੈਨੂੰ ਇੱਕ ਗੱਲ ਦਾ ਯਕੀਨ ਹੈ ਕਿ ਮੇਰੀ ਪੁੰਨਿਆ ਦਾ ਦਿਲ ਆਕਾਸ਼ ਜਿੱਡਾ ਵਿਸ਼ਾਲ ਹੈ, ਉਸ ਵਿੱਚ ਸਭ ਕਾਸੇ ਦੀ ਸਮਾਈ ਹੋ ਸਕਦੀ ਹੈ। ਖਿਮਾ ਕਰਨਾ ਡਾਕਟਰ ਜੀ, ਮੇਰੇ ਦਿਲ ਦੀ ਵਿਸ਼ਾਲਤਾ ਦਾ ਨਹੀਂ, ਇੱਥੇ ਤਾਂ ਤੁਹਾਡੇ ਦਿਲ ਦੀ ਵਿਸ਼ਾਲਤਾ ਦਾ ਮਾਮਲਾ ਹੈ। ਅੱਜ ਅਸੀਂ ਦੋਵੇਂ ਇੱਕੋ ਤਰ੍ਹਾਂ ਦੀ ਇੱਛਾ ਦਿਲਾਂ ਵਿੱਚ ਲੈ ਕੇ ਇੱਥੇ ਬੈਠੇ ਸਾਂ, ਦੋਵੇਂ ਇੱਕ ਦੂਜੇ ਨੂੰ ਆਪਣੀ ਦੁਨੀਆ ਵਿਖਾਲਣ ਲਈ। ਮੈਂ ਵੇਖ ਲਿਆ ਕਿ ਤੁਹਾਡੀ ਦੁਨੀਆ, ਜਿਸ ਦੀ ਵਿਸ਼ਾਲਤਾ ਦੇ ਤੁਸੀਂ ਬੜੇ-ਬੜੇ ਦਾਈਏ ਬੰਨ੍ਹਦੇ ਸੀ, ਮੇਰੀ ਜ਼ਿੰਦਗੀ ਦਾ ਇੱਕ ਨਗੂਣਾ ਜਿਹਾ ਵਾਕਿਆ ਸੁਣ ਕੇ ਹੀ ਇਤਨੀ ਸੰਕੁਸ਼ਟ ਹੋ ਗਈ। ਫਿਰ ਮੈਂ ਕੀਕਨ ਉਮੀਦ ਕਰ ਸਕਦੀ ਹਾਂ ਕਿ ਤੁਹਾਡੀ ਦੁਨੀਆ ਵਿੱਚ ਆ ਕੇ ਮੈਂ ਸੌਖਾ ਸਾਹ ਲੈ ਸਕਾਂਗੀ। ਕੀ ਤੁਸੀਂ ਇਸ ਲਈ ਮੈਨੂੰ ਆਪਣੀ ਦੁਨੀਆ ਵਿੱਚ ਲਿਆਉਣਾ ਚਾਹੁੰਦੇ ਹੋ ਕਿ ਮੈਂ ਦਮ ਘੁੱਟ ਕੇ ਮਰ ਜਾਵਾਂ? ਪੁੰਨਿਆ ਜੀ, ਤੁਹਾਡਾ ਕਹਿਣਾ ਅੱਖਰ-ਅੱਖਰ ਸੱਚ ਹੈ। ਫਿਰ ਵੀ ਮੈਂ ਤੁਹਾਨੂੰ ਇੱਕ ਗੱਲ ਦਾ ਭਰੋਸਾ ਦਿਵਾਉਂਦਾ ਹਾਂ ਕਿ ਮਨਸੂਰ ਦੀ ਪੂਰੀ ਕਹਾਣੀ ਸੁਣ ਲੈਣ ਤੋਂ ਬਾਅਦ ਮੇਰੇ ਮਨ ਦਾ ਕਾਇਆ ਕਲਪ ਹੋ ਗਿਆ ਹੈ। ਮੈਂ ਚੰਮ ਦਰਸੀ ਸਾਂ, ਪਰ ਹੁਣ ਮੈਂ ਉਹ ਨਹੀਂ ਰਿਹਾ। ਤੁਸੀਂ ਜਿਸ ਤਰ੍ਹਾਂ ਵੀ ਚਾਹੋ ਮੈਨੂੰ ਠੋਕ ਵਜਾ ਕੇ ਵੇਖ ਸਕਦੇ ਹੋ। ਇੱਕ ਵਾਰੀ ਫਿਰ ਕਹਿੰਦੀ ਹਾਂ ਡਾਕਟਰ ਜੀ, ਇਹੋ ਜਿਹੀਆਂ ਫੜਾਂ ਮਾਰਨੀਆਂ ਚੰਗੀਆਂ ਨਹੀਂ। ਹਜੇ ਵੀ ਮੇਰੇ ਕੋਲ ਇੱਕ ਕਸੌਟੀ ਹੈ ਤੁਹਾਡੇ ਪਰਖਣ ਲਈ। ਤੁਸੀਂ ਨਿਸੰਗ ਪਰਖ ਸਕਦੀ ਹੋ, ਤੇ ਜੇ ਤੁਸੀਂ ਉਸ ਉੱਤੇ ਵੀ ਪੂਰੇ ਨਾ ਉਤਰੇ, ਇਹ ਕਦੀ ਮੁਮਕਿਨ ਨਹੀਂ ਹੋ ਸਕਦਾ ਭਾਵੇਂ ਸੂਰਜ ਚੜ੍ਹਦੇ ਹੀ ਥਾਂ ਲੈਂਦਿਓ ਚੜ੍ਹ ਆਵੇ। ਸੂਰਜ ਹਮੇਸ਼ਾ ਚੜ੍ਹਦਿਓ ਹੀ ਚੜ੍ਹਦਾ ਹੈ ਤੇ ਸਦਾ ਇੱਦਾਂ ਹੀ ਚੜ੍ਹਦਾ ਰਹੇਗਾ। ਤਾਂ ਮੇਰਾ ਵਿਚਾਰ ਵੀ ਉਸੇ ਵਾਂਗ ਅਟਲ ਸਮਝੋ। ਬਹੁਤ ਅੱਛਾ। ਪੁੰਨਿਆ ਨੇ ਤੇਜ਼ ਨਜ਼ਰ ਨਾਲ ਡਾਕਟਰ ਵੱਲ ਤੱਕਦਿਆਂ ਕਿਹਾ, ਮਨਸੂਰ ਨਾਲ ਮੇਰਾ ਜਿਹੜਾ ਸਬੰਧ ਰਿਹਾ ਹੈ, ਕੀ ਉਸਨੂੰ ਤੁਸੀਂ ਬਿਨਾਂ ਕਿਸੇ ਉਜ਼ਰ ਐਤਰਾਜ਼ ਤੋਂ ਕਬੂਲਦੇ ਹੋ? ਸਿਰਫ ਕਬੂਲਦਾ ਹੀ ਨਹੀਂ, ਇਸ ਵਿੱਚ ਮੈਂ ਤੁਹਾਡੀ ਮਹਾਨਤਾ ਨੂੰ ਸਿਖਰ ਤੇ ਪਹੁੰਚੀ ਹੋਈ ਵੇਖਦਾ ਹਾਂ।
ਮੇਰੇ ਖਿਆਲ ਵਿੱਚ ਇਸ ਦੁਨੀਆ ਦੀ ਕੋਈ ਵੀ ਇਸਤਰੀ ਕਿਸੇ ਦੁਖੀ ਜਾਂ ਦੁੱਖ ਨਿਵਾਰਨ ਲਈ ਉਹ ਕੁਰਬਾਨੀ ਨਹੀਂ ਕਰ ਸਕਦੀ ਜਿਹੜੀ ਤੁਸਾਂ ਪੁੰਨਿਆ ਨੇ ਗੱਲ ਟੋਕੀ। ਛੱਡੋ ਡਾਕਟਰ ਜੀ ਇਸ ਕੀਰਤਨਾਮੇ ਨੂੰ ਤੇ ਗੱਲ ਮਤਲਬ ਦੀ ਕਰੋ। ਜੇ ਤੁਸੀਂ ਮੇਰੀ ਮਹਾਨਤਾ ਨੂੰ ਐਡੀ ਬੁਲੰਦੀ ਉੱਤੇ ਜਾ ਪਹੁੰਚਾਇਆ ਹੈ ਤਾਂ ਇਸ ਤੋਂ ਤਾਂ ਇੱਕ ਹੋਰ ਬੁਲੰਦ ਚੋਟੀ ਵੀ ਹਜੇ ਬਾਕੀ ਹੈ, ਜਿਸ ਉੱਤੇ ਖੜੋਤੀ ਤੁਸਾਂ ਮੈਨੂੰ ਹਜੇ ਨਹੀਂ ਵੇਖਿਆ ਤੇ ਮੈਂ ਚਾਹੁੰਦੀ ਹਾਂ ਉਸ ਉੱਤੇ ਵੀ ਤੁਹਾਡੀ ਝਾਤੀ ਪਵਾ ਦਿਆਂ। ਹਾਂ ਹਾਂ ਜ਼ਰੂਰ, ਤਾਂ ਸੁਣੋ। ਜਿਸ ਮਨਸੂਰ ਦੇ ਕਮਰੇ ਵਿੱਚ ਉਸ ਰਾਤ ਮੇਰੇ ਇਕੱਠਿਆਂ ਰਹਿਣ ਦਾ ਹਾਲ ਤੁਸੀਂ ਸੁਣ ਚੁੱਕੇ ਹੋ, ਉਸ ਦੀ ਇੱਕ ਮਾਨਤ ਵੀ ਮੇਰੇ ਕੋਲ ਮੌਜੂਦ ਹੈ। ਉਹ ਕਿਹੜੀ? ਉਸ ਦਾ ਬੱਚਾ ਮੇਰੇ ਪੇਟ ਵਿੱਚ ਹੈ, ਜਿਸ ਨੂੰ ਤੁਸੀਂ ਡਾਕਟਰ ਹੁੰਦੇ ਹੋਏ ਵੀ ਹਜੇ ਤੱਕ ਨਹੀਂ ਜਾਣ ਸਕੇ। ਸੁਣ ਕੇ ਡਾਕਟਰ ਆਨੰਦ ਦੇ ਚਿਹਰੇ ਉੱਤੇ ਫਿੱਕੀ ਜਿਹੀ ਪਲੱਤਣ ਦਾ ਰੁਮਕਾ ਆ ਕੇ ਚਲਾ ਗਿਆ। ਉਸਨੂੰ ਇੱਕ ਮਾੜਾ ਜਿਹਾ ਝਟਕਾ ਮਹਿਸੂਸ ਹੋਇਆ, ਪਰ ਇਸ ਤੋਂ ਬਾਅਦ ਉਹ ਸੰਭਲ ਗਿਆ। ਉਸ ਦੀਆਂ ਅੱਖਾਂ ਵਿੱਚ ਇੱਕ ਅਟਕਵੀਂ ਜਿਹੀ ਸ਼ੰਕਾ ਉਪਜੀ ਤੇ ਉਪਜ ਕੇ ਅਲੋਪ ਹੋ ਗਈ। ਪੁੰਨਿਆ ਦਾ ਖਿਆਲ ਗਲਤ ਨਿਕਲਿਆ, ਜਿਹੜਾ ਉਹ ਸੋਚ ਰਹੀ ਸੀ ਕਿ ਡਾਕਟਰ ਦੀ ਮਾਨਵ ਸੱਤਾ ਉੱਤੇ ਫਿਰ ਪਹਿਲਾਂ ਵਰਗਾ ਜਲਜਲਾ ਪੈਦਾ ਹੋਵੇਗਾ। ਇਹ ਭਾਵੇਂ ਨਹੀਂ ਹੋਇਆ, ਫਿਰ ਵੀ ਕੁਝ ਨਾ ਕੁਝ ਹੋਇਆ ਜ਼ਰੂਰ, ਜਿਸ ਨੂੰ ਬਾਵਜੂਦ ਡਾਕਟਰ ਦੇ ਲੁਕਾਓ ਛੁਪਾਓ ਦੇ ਵੀ ਪੁੰਨਿਆ ਨੇ ਭਾਪ ਲਿਆ। ਮੈਨੂੰ ਇਹ ਸਭ ਕਬੂਲ ਹੈ, ਡਾਕਟਰ ਨੇ ਵਾਕ ਭਾਵੇਂ ਬੜੀ ਦ੍ਰਿੜਤਾ ਵਿੱਚ ਕਿਹਾ, ਪਰ ਪੁੰਨਿਆ ਨੇ ਇਸ ਵਿੱਚ ਕੁਝ ਨਾ ਕੁਝ ਕਾਂਬੇ ਦਾ ਅੰਸ਼ ਮਹਿਸੂਸ ਕੀਤਾ। ਉਹ ਬੋਲੀ, ਪਰ ਮੈਂ ਡਾਕਟਰ ਜੀ ਤੁਹਾਡੀ ਮਨਜ਼ੂਰੀ ਜਾਂ ਨਾ ਮਨਜ਼ੂਰੀ ਦਾ ਫੈਸਲਾ ਇੰਨੀ ਛੇਤੀ ਨਹੀਂ ਲੈਣਾ ਚਾਹੁੰਦੀ। ਤਾਂ ਇਸ ਦਾ ਮਤਲਬ ਹੈ, ਡਾਕਟਰ ਆਨੰਦ ਨੇ ਐਤਕੀ ਪੂਰੀ ਦ੍ਰਿੜਤਾ ਨਾਲ ਕਿਹਾ, ਤੁਸੀਂ ਮੇਰੇ ਲਫ਼ਜ਼ਾਂ ਦਾ ਯਕੀਨ ਨਹੀਂ ਕਰਦੇ। ਬੇਸ਼ੱਕ, ਫਿਰ ਤੁਹਾਡਾ ਭਰੋਸਾ ਜਿੱਤਣ ਲਈ ਮੈਨੂੰ ਹੋਰ ਕੀ ਕਰਨਾ ਹੋਵੇਗਾ? ਉਡੀਕ। ਕਿੰਨੀ ਕੁ, ਇਹ ਤਾਂ ਸਮਾਂ ਹੀ ਦੱਸ ਸਕੇਗਾ। ਬੁਝਾਰਤਾਂ ਨਾ ਪਾਓ ਪੁੰਨਿਆ ਜੀ। ਬੁਝਾਰਤ ਦਾ ਸਵਾਲ ਨਹੀਂ, ਗੱਲ ਇਹ ਹੈ ਕਿ ਭਰੋਸੇ ਇਤਬਾਰ ਦੇ ਮਸਲੇ ਤੋਂ ਬਿਨਾਂ ਇੱਕ ਹੋਰ ਵੀ ਗੱਲ ਹੈ ਕਿ ਸਾਨੂੰ ਦੋਹਾਂ ਨੂੰ ਨਵੇਂ ਸਿਰੇ ਆਪਣਾ ਮਨ ਬਣਾਉਣਾ ਪਵੇਗਾ। ਮਨ ਬਣਾਉਣਾ ਪਵੇਗਾ? ਡਾਕਟਰ ਨੇ ਘਬਰਾ ਕੇ ਪੁੱਛਿਆ। ਕਿਉਂ? ਪੁੰਨਿਆ ਕੁਝ ਨਹੀਂ ਬੋਲੀ। ਪ੍ਰਭਾਤ ਦੇ ਧੁੰਦਲਕੇ ਪਿੱਛੋਂ ਬੱਦਲਾਂ ਦੀ ਕਾਲੋ ਕੁਝ ਪਤਲੀ ਹੋ ਗਈ ਸੀ, ਪਰ ਆਕਾਸ਼ ਅਜੇ ਪੂਰੀ ਤਰ੍ਹਾਂ ਸਾਫ਼ ਨਹੀਂ ਸੀ ਹੋਇਆ। ਦੂਰ ਕਿਤੋਂ ਕੁੱਕੜ ਦੀ ਬਾਂਗ ਸੁਣ ਕੇ ਪੁੰਨਿਆ ਇੱਕ ਵਾਰੀ ਫਿਰ ਕੁਰਸੀ ਤੋਂ ਉੱਠ ਖੜੋਤੀ, ਇਹ ਕਹਿੰਦੀ ਹੋਈ, ਅੱਛਾ ਡਾਕਟਰ ਜੀ, ਬਾਕੀ ਫਿਰ ਕਦੇ। ਡਾਕਟਰ ਨੇ ਚਾਹਿਆ ਕਿ ਇੱਕ ਵਾਰੀ ਫਿਰ ਉਸ ਨੂੰ ਰੋਕ ਲਵੇ, ਪਰ ਐਤਕੀ ਨਹੀਂ ਰੋਕ ਸਕਿਆ। ਪੁੰਨਿਆ ਦੇ ਚਲੇ ਜਾਣ ਤੋਂ ਬਾਅਦ ਉੱਠਿਆ, ਕੋਟ ਕਿੱਲੀ ਨਾਲੋਂ ਲਾਹਿਆ ਜਿਹੜਾ ਹਜੇ ਕਾਫੀ ਗਿੱਲਾ ਸੀ, ਤੇ ਉਸਨੂੰ ਮੋਢੇ ਉੱਤੇ ਰੱਖ ਕੇ ਬਾਹਰ ਨਿਕਲ ਗਿਆ। ਧੰਨਵਾਦ।